ਹਸਪੀਟਲ ਦੇ ਵਿੱਚ ਹਸਪੀਟਲਾਈਜ਼ ਹੋਏ ਨੇ ਲੋਕ, ਉਹਨਾਂ ਵਾਸਤੇ ਤੁਹਾਡਾ ਕੀ ਪੈਗਾਮ ਹੈ ਕਿ ਉਹ ਕੀ ਕਰਨ? ਮਤਲਬ ਇੱਕ ਤਾਂ ਉਹਨਾਂ ਦਾ ਉੱਥੇ ਇਲਾਜ ਹੋ ਰਿਹਾ ਹਾਂ, ਜਿਹੜੀਆਂ ਸਫਾਈ ਨਿਸਫ ਈਮਾਨ ਹੈ, ਸਫਾਈ ਨਿਸਫ ਈਮਾਨ ਹੈ। ਸਾਨੂੰ ਹੁਕਮ ਹੈ 5 ਵਕਤ ਨਮਾਜ਼ ਦਾ, 5 ਵਕਤ ਅਸੀਂ ਵਜ਼ੂ ਕਰਾਂਗੇ ਤੇ ਸਫਾਈ ਸਾਡੀ ਬਿਹਤਰੀਨ ਹੈ। ਜਦੋਂ ਅਸੀਂ ਪਿਸ਼ਾਬ ਖਾਨਾ ਕਰਨਾ, ਸਾਨੂੰ ਸਫਾਈ ਦਾ ਹੁਕਮ ਹੈ ਕਿ ਸਫਾਈ ਕਰਨੀ ਐਵੇਂ ਇੱਦਾਂ ਟਿਸ਼ੂ ਨਾਲ ਨਹੀਂ ਸਾਫ਼ ਕਰਨਾ, ਬਲਕਿ ਪਾਣੀ ਨਾਲ ਸਾਫ਼ ਕਰਨਾ ਹੈ। ਜਿੱਥੇ ਨਹੀਂ ਹੈਗਾ ਉੱਥੇ ਮਿੱਟੀ ਹੈ, ਉੱਥੇ ਮਿੱਟੀ ਦੇ ਸਾਫ਼ ਕਰਦੀ ਹੈ, ਟਿਸ਼ੂ ਨਾਲੋਂ ਬਿਹਤਰ ਹੈਗੀ ਉਹ। ਇਹਦੇ ਟਿਸ਼ੂ ਸਾਰੇ ਮਸਨੂਆਤ ਨੇ ਗਿਆ। ਦੂਸਰੇ ਨੰਬਰ 'ਤੇ ਖਾਣਾ ਵੀ ਖਾਣਾ ਹੈਗਾ, ਉਦੋਂ ਵੀ ਹੱਥ ਸਾਫ਼ ਕਰਨੇ। ਫਿਰ ਕਿਆ ਕੁਲੀ ਕਰੋ, ਚੰਗੀ ਤਰ੍ਹਾਂ ਸਫਾਈ, ਹੱਥਾਂ ਦੀ ਵੀ ਸਫਾਈ ਕਰੋ। ਇਹ ਸਾਰੀ ਸਫਾਈ ਦੇ ਤਰੀਕੇ ਨੇ, ਸਫਾਈ ਕਰਨੀ ਹੈ। ਸਫਾਈ ਵੀ ਨਿਸਫ ਈਮਾਨ ਹੈ, ਕੱਪੜਿਆਂ ਦੀ ਵੀ ਸਫਾਈ, ਮਾਹੌਲ ਦੀ ਵੀ ਸਫਾਈ ਔਰ ਜਿਸਮਾਨੀ ਵੀ ਸਫਾਈ। ਇਸ ਤਰ੍ਹਾਂ ਰੂਹਾਨੀ ਵੀ ਸਫਾਈ ਚਾਹੀਦੀ। ਸਾਡੀ ਰੂਹ ਤੇ ਸਾਰੀ ਬਿਮਾਰ ਹੋਈ ਵੀ ਅਕਸਰ ਰੂਹ ਦੀ ਸਫਾਈ। ਅਸੀਂ ਹੁਣ ਅੱਲਾ ਨੂੰ ਚਾਹਤ ਹੈ ਕਿ ਬੰਦਿਆਂ ਦੀ ਰੂਹ ਸਾਫ਼ ਹੋ ਜਾਏ। ਉਹ ਕਿਸੇ ਮਜ਼ਹਬ ਨਾਲ ਵੀ ਤਾਲੁਕ ਰੱਖਦੇ ਨੇ, ਕਿਸੇ ਮਸਲਕ ਨਾਲ ਵੀ ਤਾਲੁਕ ਰੱਖਦੇ ਨੇ, ਉਹ ਮੁਸਲਮਾਨ ਹੋਣ ਜਾਂ ਗੈਰ ਮੁਸਲਮਾਨ। ਅੱਛਾ ਜੀ, ਉਹਨਾਂ ਨੂੰ ਜਿਹੜੇ ਹੁਣ ਹੋ ਗਏ ਨੇਗੇ, ਉਹਨਾਂ ਨੂੰ ਸਫਾਈ ਦਾ ਪਹਿਲਾ ਹੈ। ਦੂਸਰਾ, ਉਹਨਾਂ ਨੂੰ ਜਿਸਮ ਨੂੰ ਗਰਮ ਰੱਖਣ ਦਾ। ਤੀਸਰਾ, ਇਹੋ ਹੀ ਪਾਣੀ, ਪਕਾਇਆ ਹੋਇਆ ਪਾਣੀ, ਪੁਦੀਨਾ, ਦਾਲਚੀਨੀ, ਬੜੀ ਇਲਾਚੀ ਦਾ ਪਾਣੀ ਇਸਤੇਮਾਲ ਕਰੋ। ਤੀਸਰੇ ਨੰਬਰ ਦੇ ਉੱਤੇ ਜਿਹੜਾ ਉਹਨਾਂ ਨੂੰ ਖੌਫਜ਼ਦਾ ਕਰ ਦਿੱਤਾ ਜਾਂਦਾ, ਉਹਨੂੰ ਤਨਹਾ ਕਰ ਦਿੱਤਾ ਤੁਹਾਡੇ ਲਾਗੇ, ਉਹ ਖੌਫ ਦੇ ਨਾਲ ਹੀ ਉਹਨਾਂ ਮਰ ਜਾਣਾ। ਇਸ ਵਹਿਮ ਨਾਲ, ਖੌਫ ਨਾਲ ਹੀ ਉਹਨਾਂ ਨੇ ਜ਼ਿਆਦਾ ਪਰੇਸ਼ਾਨ ਹੋ ਜਾਣਾ। ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕੋਈ ਨਹੀਂ, ਬਿਮਾਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕਦੀ ਤਾਊਨ ਦੀ ਇੱਕ ਬਿਮਾਰੀ ਫੈਲੀ ਸੀ ਬੜੀ ਜ਼ਬਰਦਸਤ, ਜੋ ਬੰਦਿਆਂ ਦੇ ਬੰਦੇ ਲੱਗੇ ਜਾਂਦੇ ਸਨ। ਹਰ ਛੋਟਾ ਜਿਹਾ ਪਿੰਡ ਜੋ ਰੋਜ਼ਾਨਾ ਹੀ 3-4 ਮੌਤਾਂ ਹੋ ਜਾਂਦੀਆਂ ਸਨ। ਇਹ ਕਾਫੀ ਦੇਰ ਪੁਰਾਣੀ ਗੱਲ ਹੈ। ਤਾਊਨ ਦੀ ਮਰਜ਼ ਆਈ ਸੀ, ਬੰਦੇ ਲੱਗੇ ਜਾਂਦੇ, ਵੇਖ ਕੇ ਬੜੀ ਖੌਫ, ਵਬਾ ਹੁੰਦੀ ਇਸ ਤਰ੍ਹਾਂ। ਲੇਕਿਨ ਇਸ ਹਾਲਤ ਦੇ ਵਿੱਚ ਜਿਸਮ ਨੂੰ ਗਰਮ ਰੱਖਣਾ ਹੈ। ਟੈਂਪਰੇਚਰ ਜਿਸਮ ਦਾ ਪੂਰਾ ਰੱਖਣ ਦੀ ਕੋਸ਼ਿਸ਼ ਕਰਨੀ, ਗਰਮੀ ਸਮਝ ਕੇ ਟੈਂਪਰੇਚਰ ਨਹੀਂ ਟੁੱਟਣ ਦੇਣਾ, ਔਰ ਬੁਖਾਰ ਨੂੰ ਲਾਉਣਾ ਨਹੀਂ ਹੈ। ਇਹਦੇ ਤੋਂ ਪਹਿਲੇ ਬੁਖਾਰ ਲਾਉਂਦੇ ਨੇ, ਉਹ ਕੰਮ ਖਰਾਬ ਕਰਦੇ ਟੈਂਪਰੇਚਰ। ਜਰਸੋਮਾ ਮਰਦਾ ਹੀ ਗਰਮੀ ਨਾਲ, ਜਰਸੋਮੇ ਨੇ ਮਰਨਾ ਗਰਮੀ ਨਾਲ ਹੁੰਦਾ ਹੈਗਾ। ਸਰਦੀ ਨਾਲ ਉਹਨੇ ਜੰਮ ਜਾਣਾ ਹੈ ਅਗਰ ਉਹਦੀ ਹਿੱਤ ਤੋਂ ਜ਼ਿਆਦਾ ਹੋ ਗਈ। ਅਗਰ ਗਰਮੀ ਜ਼ਿਆਦਾ ਹੋ ਗਈ ਤਾਂ ਉਹਨੇ ਮਰ ਜਾਣਾ ਹੈ। ਅਗਰ ਉਹ ਘਟੇਗੀ, ਗਰਮੀ ਘਟ ਗਈ ਤੇ ਸਰਦੀ ਵੱਧ ਗਈ, ਗਰਮੀ ਘਟੀ ਹੈ ਤੇ ਉੱਥੇ ਤਾਪਣ ਪੈਦਾ ਹੋ ਪੈਣਾ। ਉੱਥੇ ਰਤੂਬਤ ਦੇ, ਜਿੱਥੇ ਵੀ ਰਤੂਬਤ ਹੈ ਉੱਥੇ ਗਰਮੀ ਥੋੜੀ ਜਿਹੀ ਹੋਈ ਤੇ ਤਾਪਣ ਹੋ ਪੈਣਾ। ਉੱਥੇ ਜਰਸੋਮਾ ਬਜ਼ਾਤੇ ਖੁਦ ਨਵਾਂ ਜਰਸੋਮਾ ਪੈਦਾ ਹੋ ਪੈਣਾ। ਇਸ ਵਾਸਤੇ ਜਰਸੋਮੇ ਨਵੇਂ ਤੋਂ ਨਵੇਂ ਪੈਦਾ ਹੁੰਦੇ। ਇਹ ਕਿੰਨੇ ਜਰਸੋਮੇ ਕੁਦਰਤ ਦੇ ਨਿਜ਼ਾਮ ਜੋ ਕਿੰਨੇ ਜਰਸੋਮੇ ਨੇ, ਕਿਆ ਹਰ ਜਰਸੋਮੇ ਵਕਤ ਵੱਖਰੀ ਨੂੰ ਦਵਾ ਲੱਭਦੇ ਫਿਰਨਗੇ। ਇਹ ਤੇ ਪਿੱਛੇ ਪ੍ਰਾਪਾਗੰਡਾ ਵੀ ਹੈਗਾ, ਆਪਣੀ ਦਵਾਈ ਵੇਚਣ ਵਾਸਤੇ, ਆਪਣੀ ਨਵੀਂ ਵੈਕਸੀਨੇਸ਼ਨ ਬਣਾਉਣ ਵਾਸਤੇ, ਕੀ ਉਹਨੂੰ ਕਹਿੰਦੇ ਨੇ, ਵੈਕਸੀਨ ਹੀ ਕਹਿੰਦੇ ਨੇਗੇ, ਉਹਨੂੰ ਬਣਾਉਣ ਵਾਸਤੇ ਪ੍ਰਾਪਾਗੰਡਾ ਵੀ। ਕਿੰਨੀ ਦੇਰ ਹੁਣ ਲੱਭਦੇ ਰਹੋ, ਜਿੰਨੇ ਚਿਰ ਉਹਨੇ ਤਹਿਕੀਕ ਕਰਦੇ ਨੇ ਜਰਸੋਮਾ ਇਹੋ ਜਿਹਾ ਇਸ ਉਜ਼ਰ 'ਤੇ ਕੰਮ ਕਰਦਾ, ਇਸ ਮਿਜ਼ਾਜ ਦਾ ਹੋਵੇਗਾ, ਉਹਨੇ ਚਿਰ ਨੂੰ ਮਰਦ ਆਪਣਾ ਕੰਮ ਕੁਮ ਕਰਕੇ ਚਲੀ ਗਈ ਹੁੰਦੀਆਂ, ਬਾਅਦ 'ਚ ਲੈ ਆਉਂਦੇ ਨੇਗੇ। ਇਹ ਤਾਂ ਸਾਰਾ ਇੱਕ ਪ੍ਰਾਪਾਗੰਡਾ ਹੈਗਾ ਮਲਟੀਨੈਸ਼ਨਲ ਕੰਪਨੀਆਂ ਦੀ ਸਾਰੀ। ਅੱਛਾ, ਜਿਹੜੇ ਮਰੀਜ਼ ਮਤਲਬ ਹੁਣ ਮਤਲਬ ਅਸੀਂ ਆਮ ਲੋਕ ਹੈਗੇ ਹਾਂ, ਮਤਲਬ ਸਫ਼ਰ ਵੀ ਕਰਨੇ ਆ, ਨਿਕਲਨੇ ਆ, ਇਹ ਜਿਹੜਾ ਸੈਨੀਟਾਈਜ਼ਰ ਜਾਂ ਹੱਥ ਇਹਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ। ਠੀਕ ਹੈ, ਸੈਨੀਟਾਈਜ਼ਰ ਦਾ ਵੀ, ਆਪਣੇ ਮਾਸਕ ਦਾ ਵੀ, ਔਰ ਦੂਸਰੇ ਨੰਬਰ 'ਤੇ ਇhtiyat ਤੇ ਜ਼ਰੂਰੀ ਹੈ। ਸਾਨੂੰ ਅਸਬਾਬ ਇਖਤਿਆਰ ਕਰਨੇ। ਸਾਨੂੰ ਨਬੀ ਅਲੈਹਿਸ ਸਲਾਮ ਨੇ ਫਰਮਾਇਆ ਵੀਗਾ ਕਿ ਸਾਨੂੰ ਪਹਿਲੇ ਘੋੜੇ ਦਾ ਪੈਰ ਬੰਨੋ ਤੇ ਫਿਰ ਮੇਰੇ 'ਤੇ ਭਰੋਸਾ ਕਰੋ। ਸਾਨੂੰ ਇਹਦੇ ਵਾਸਤੇ ਅਸਬਾਬ ਇਖਤਿਆਰ ਕਰਨੇ ਚਾਹੀਦੇ ਨੇ। ਮੇਰਾ ਇਹ ਵੀ ਨਹੀਂ ਕਹਿ ਦੇਣਾ ਕਿ ਅੱਲਾ ਦੀ ਮਰਜ਼ੀ ਹੈ ਤੇ ਅੱਲਾ ਆਪੇ ਹਟਾ ਦੇਗਾ, ਇਸ ਤਰ੍ਹਾਂ ਨਹੀਂ ਹੈ। ਅੱਲਾ ਤਾਂ ਸਭ ਕੁਝ ਕਰ ਸਕਦਾ ਹੈ, ਅਲਬੱਤਾ ਅਸਬਾਬ ਦੇ ਇਖਤਿਆਰ ਕਰਨੇ। ਸਾਨੂੰ ਕਿਹਾ ਸਫਾਈ ਸੁਥਰਾਈ ਦੇ ਨਾਲ ਫਿਰ ਦੂਸਰੇ ਜਿੰਨੀ ਕੁ ਮਾਲੂਮਾਤ ਹੈ ਉਹ ਕਰੋ। ਠੀਕ, ਜਿਸਮ ਨੂੰ ਗਰਮ ਰੱਖਣਾ ਜੀ ਹਰ ਸੂਰਤ। ਤਾਂ ਪਾਣੀ ਵੀ ਜਿਹੜਾ ਸਾਦਾ ਨਹੀਂ ਬਲਕਿ ਉਬਾਲ ਕੇ ਪਾਣੀ ਪੀਓ, ਔਰ ਉਹਦੇ ਵਿੱਚ ਵੀ ਪੁਦੀਨਾ, ਦਾਲਚੀਨੀ, ਵੱਡੀ ਇਲਾਚੀ ਪਾ ਦਿਓ। ਇਹਦਾ ਕੰਬੀਨੇਸ਼ਨ ਜਿਹੜਾ ਹੋਵੇਗਾ ਕੈਮੀਕਲੀ, ਜਦੋਂ ਦੇਖਣਗੇ ਜਾ ਕੇ ਨੈੱਟ 'ਤੇ ਵੇਖ ਲੈਣ, ਜਾਂ ਜਿਹੜੇ ਬੜੇ ਬੜੇ ਗਿਜ਼ਾ ਦੇ ਮਾਹਿਰ ਨੇਗੇ ਉਹ ਦੇਖ ਲੈਣ ਦੀ ਕੰਬੀਨੇਸ਼ਨ ਨਾਲ ਕੀ ਬਣਦਾ। ਇਹਦੇ ਨਾਲ ਗਰਮੀ ਤਰੀ ਬਣਦੀ ਹੈ, ਹਰਾਰਤ ਜ਼ਿਆਦਾ ਪੈਦਾ ਹੁੰਦੀ ਹੈ, ਤਰੀ ਕਮ ਹੁੰਦੀ ਹੈ। ਹਰਾਰਤ ਨਾਲ ਜਿਹੜੇ ਉਹ ਜੰਮਿਆ ਮੁਆਦ ਹੈ ਜਾਂ ਫੇਫੜੇ ਦੀਆਂ ਝਿੱਲੀਆਂ ਜੋ ਥੈਲੀਆਂ ਜਿਹੜਾ ਮੁਆਦ ਜੰਮਿਆ ਹੈਗਾ ਉਹਨੇ ਬਾਹਰ ਨਿਕਲ ਪੈਣਾ, ਮੈਲਟ ਹੋ ਪੈਣਾ। ਔਰ ਤਰੀ ਨੇ ਥੋੜੀ ਜਿਹੀ ਹੋਰ ਤਰੀ ਪੈਦਾ ਕਰ ਦੇਣੀ ਹੈ, ਰਤੂਬਤ ਪੈਦਾ ਕਰਨੀ, ਉਹਨੇ ਬਹਿਣ ਲੱਗ ਪੈਣਾ। ਬਹਿ ਕੇ ਰਾਸਤੇ ਖੁੱਲ੍ਹ ਜਾਣੇ, ਫੇਫੜੇ ਦੇ ਵੀ ਰਾਸਤੇ, ਸਾਂਸ ਦੇ ਵੀ ਰਾਸਤੇ ਖੁੱਲ੍ਹ ਜਾਣੇ। ਜਾਂ ਨਿਬਲਾਈਜ਼ ਕਰ ਸਕਦੇ ਜੀ, ਜਾਂ ਉਹਨੂੰ ਗਰਮ ਭਾਪ ਦੇ ਸਕਦੇ ਜੀ। ਜਿਹੜਾ ਕੋਈ ਬੰਦਾ ਮੁਬਤਲਾ ਹੋ ਗਿਆ, ਇਹ ਉਹਨਾਂ ਵਾਸਤੇ ਠੀਕ ਹੋ ਗਿਆ।
ਬੜੀ ਮਿਹਰਬਾਨੀ ਹਕੀਮ ਸਾਹਿਬ।